प्यारे दर्शकों, सत श्री अकाल, नमस्कार, आदाब। इस वेले मैं उगे समाज शास्त्री डॉक्टर प्यारा लाल गर्ग नाल गलबात करांगे बजट बारे। मोदी सरकार का अज 7वां बजट पेश किया गया। 5 पहला तो ये नवीं सरकार जी दोबारा बनी है, ये 2 बजट पेश किए गए। उन्होंने तो जानते हैं कि इस बजट तो आम जनता नूं की उन्होंने हित विच है ਜਾਂ ਅੰਦੋਲਨਕਾਰੀ ਕਿਸਾਨਾਂ ਨੂੰ ਇਹਦੇ ਤੋਂ ਕੋਈ ਰਾਹਤ ਮਿਲੇਗੀ। ਉਹਨਾਂ ਦੀ ਬਜਟ ਬਾਰੇ ਕੀ ਰਾਏ ਹੈ? ਡਾਕਟਰ ਸਾਹਿਬ ਕੀ ਰਾਏ ਹੈ ਤੁਹਾਡੀ ਇਸ ਬਜਟ ਬਾਰੇ? ਜੰਮੂ ਜੀ, ਬਜਟ ਇਹ ਬੇਸਿਕਲੀ ਜਿਹੜਾ ਹੈ ਇਹ ਕਾਰਪੋਰੇਟ ਪੱਖੀ ਬਜਟ ਹੈ। ਇਹਦੇ ਵਿੱਚ ਜਿਹੜਾ ਜਿੱਥੇ ਵੀ ਰਾਹਤ ਦੇ ਨਾਂ ਦੇ ਉੱਤੇ ਵੀ ਗੱਲ ਕਰੀ ਗਈ ਹੈ ਕਿ ਲੋਕਾਂ ਨੂੰ ਕੋਈ ਰਾਹਤ ਦੇਣੀ ਹੈ। ਹਾਂਜੀ ਹਾਂਜੀ, ਚਾਹੇ ਉਹ ਸਿੱਖਿਆ ਚਾਹੇ ਸਹੂਲਤ ਹੈ, ਚਾਹੇ ਉਹ ਕਿਸਾਨੀ ਦੇ ਵਾਸਤੇ ਹੈ, ਅਤੇ ਚਾਹੇ ਉਹ ਕਿਸੇ ਹੋਰ ਫੀਲਡ 'ਚ ਰੂਰਲ ਡਿਵੈਲਪਮੈਂਟ ਵਾਸਤੇ ਹੈ। ਉਹ ਸਾਰੇ ਦਾ ਸਾਰਾ ਜਿਹੜਾ ਹੈ ਉਹ ਸ਼ਬਦ ਇਸ ਤਰ੍ਹਾਂ ਸ਼ਬਦ ਜਾਲ ਹੈ ਕਿ ਉਹ ਲੱਗਦਾ ਕਿ ਲੋਕਾਂ ਦੇ ਹਿੱਤ 'ਚ ਹੈ, ਜਦ ਕਿ ਉਹ ਬੇਸਿਕਲੀ ਕਾਰਪੋਰੇਟ ਜਾਂ ਵੱਡੇ ਇੰਡਸਟਰੀ ਨੂੰ ਫਾਇਦਾ ਕਰਨ ਵਾਲਾ ਹੈ। ਜੇ ਮੈਂ ਤੁਹਾਨੂੰ 2-3 ਇਹਦੀਆਂ ਉਦਾਹਰਨਾਂ ਦਿੰਦਾ ਹਾਂਜੀ ਕਿ ਜੇ ਮੈਂ ਇਸ ਬਜਟ ਨੂੰ ਦੇਖਦਾ ਕਿਸਾਨੀ ਦੇ ਐਂਗਲ ਤੋਂ, ਜਿਹੜਾ ਤੁਸੀਂ ਸਵਾਲ ਕਰਿਆ ਹੈ, ਕਿਸਾਨੀ ਦਾ ਇਹਨਾਂ ਨੇ ਕਿਹਾ ਵੀ ਅਸੀਂ ਕਿਸਾਨੀ ਨੂੰ ਨਾ ਕਰਜ਼ਾ ਦਵਾਵਾਂਗੇ, 16.5 ਲੱਖ ਕਰੋੜ ਰੁਪਈਆ ਕਰਜ਼ਿਆਂ ਵਾਸਤੇ ਪੈਸਾ ਰੱਖਾਂਗੇ। ਹੁਣ ਜਿਹੜਾ ਕਿਸਾਨੀ ਨੂੰ ਕਰਜ਼ਾ, ਜਿਹੜਾ ਪਹਿਲੀ ਗੱਲ ਤਾਂ ਉਹ ਕਰਜ਼ਾ ਜਿਹੜਾ ਬਹੁਤਾ ਕੰਪਨੀਆਂ ਬਣਾ ਕੇ ਦਿੰਦੇ ਨੇ, ਹਾਂਜੀ, ਅਤੇ ਜਿਹੜਾ ਇਕੱਲੇ ਕਿਸਾਨ ਵਾਲਾ ਕਰਜ਼ਾ ਉਹ ਤਾਂ ਬਹੁਤ ਥੋੜ੍ਹਾ ਹੁੰਦਾ, ਉਹਨੂੰ ਉਹਦੇ 'ਚੋਂ ਰਾਹਤ ਕੋਈ ਬਹੁਤੀ ਮਿਲਦੀ ਨਹੀਂ। ਅਤੇ ਜਿਹੜੀਆਂ ਕੰਪਨੀਆਂ ਦਿੱਤਾ ਜਾਂਦਾ ਉਹ ਫਿਰ ਵੱਡੀਆਂ ਕੰਪਨੀਆਂ ਤਾਂ ਵੈਸੇ ਹੀ ਮਾਰ ਕੇ ਭੱਜ ਜਾਂਦੀਆਂ ਨੇ। ਜਿਹੜਾ ਇਕੱਲੇ ਕਿਸਾਨ ਵਾਲਾ ਕਰਜ਼ਾ ਉਹਦੀ ਮਾਫੀ ਦਾ, ਉਹਦੇ ਕੋਈ ਉਸ ਦਾ ਰਿਲੀਫ ਦਾ ਕੋਈ ਵੀ ਪ੍ਰਾਵਧਾਨ ਉਸ ਤਰੀਕੇ ਦਾ ਨਹੀਂ ਹੈ। ਇੱਕ ਉਹ ਸਨਮਾਨ ਨਿਧੀ ਫਲਾਣਾ ਉਹੀ ਜੀ, ਬਸ ਉਹ ਇੱਕ ਡਰਾਮੇਬਾਜ਼ੀ ਜਿਹੜੀ ਹੈ ਜਿਹਦਾ ਕੋਈ ਮੀਨਿੰਗ ਨਹੀਂ ਹੈ। ਇਹ ਜੇ ਅਸੀਂ ਦੇਖੀਏ ਜਿਹੜਾ ਕਾਰਪੋਰੇਟ ਹੈ ਉਸ ਨੂੰ ਹਰ ਸਾਲ ਵੱਖ-ਵੱਖ ਟੈਕਸਾਂ ਦੇ ਵਿੱਚ ਤਕਰੀਬਨ 5 ਲੱਖ ਕਰੋੜ ਰੁਪਏ ਦੀ ਦਿੰਦੇ ਨੇ ਛੋਟ, ਅਤੇ ਪਿਛਲੇ ਹੁਣ ਤੱਕ ਮੋਦੀ ਸਰਕਾਰ 33 ਲੱਖ ਕਰੋੜ ਦੀ ਛੋਟ ਦੇ ਚੁੱਕੀ ਹੈ। ਉਹਦੇ ਐਡੀਸ਼ਨ ਹੈ ਕਿ ਉਹ ਪੈਸਾ ਮਾਰ ਕੇ ਭੱਜ ਗਏ, NPA ਹੋ ਗਏ, ਰਾਈਟ ਆਫ ਕਰਤੇ। ਇਹਦੇ ਮੁਕਾਬਲੇ ਜਿਹੜਾ ਕਿਸਾਨਾਂ ਦਾ ਟੋਟਲ ਕਰਜ਼ਾ ਹੀ 5-6 ਲੱਖ ਕਰੋੜ ਦਾ, ਹਾਂਜੀ ਹਾਂਜੀ, ਉਹ ਮਾਫ ਨਹੀਂ ਕਰਿਆ ਜਾ ਸਕਦਾ। ਤੁਸੀਂ ਦੇਖੋ ਵੀ ਜਿਹੜਾ ਸਾਰੇ ਪੂਰੇ ਭਾਰਤ ਦੇ ਵਿੱਚ ਜਿਹੜਾ ਟੋਟਲ ਰੁਜ਼ਗਾਰ ਹੈ, ਮੈਂ ਕੈਲਕੂਲੇਟ ਕਰ ਰਿਹਾ ਸੀ, ਪੰਜਾਬ 'ਚ ਵੀ 55% ਰੁਜ਼ਗਾਰ ਖੇਤੀ ਆਧਾਰਿਤ ਹੈ, ਅਤੇ ਬਾਕੀ ਸਟੇਟਾਂ 'ਚ ਤਾਂ ਤਕਰੀਬਨ 60% ਤੱਕ ਹੈ। ਅਤੇ ਉਹ ਜਿਹੜਾ ਖੇਤੀ ਆਧਾਰਿਤ ਜਿਹੜਾ ਸਭ ਤੋਂ ਜ਼ਿਆਦਾ ਰੁਜ਼ਗਾਰ ਦੇ ਰਿਹਾ ਹੈ, ਉਸ ਕਿਸਾਨ ਨੂੰ ਕਰਜ਼ਾ ਦੇਣ ਨੂੰ ਤਿਆਰ ਨਹੀਂ ਹੈਗੇ। ਜਿਹੜਾ ਪ੍ਰੋਡਕਸ਼ਨ ਦਾ ਲੈਵਲ ਹੈ ਉਹ ਵੀ ਸਾਰੇ ਇਕਨੋਮਿਕ ਸੈਂਸਸ ਦੇ ਰਾਹੀਂ ਇਕੋਨੋਮਿਸਟਾਂ ਦੀਆਂ ਜਿਹੜੀਆਂ ਰਾਏ ਨੇ ਉਹਦੇ ਅਨੁਸਾਰ ਇਹ ਹੈ ਵੀ ਜਿਹੜਾ ਛੋਟਾ ਕਿਸਾਨ ਹੈ ਉਹ ਜ਼ਿਆਦਾ ਪ੍ਰੋਡਿਊਸ ਕਰਦਾ ਹੈ, ਅਤੇ ਛੋਟੀ ਜਿਹੜੀ ਇੰਡਸਟਰੀ ਆ ਉਹ ਜ਼ਿਆਦਾ ਇੰਪਲਾਇਮੈਂਟ ਕਰਦੀ ਆ। ਵਪਾਰ 'ਚ, ਇੰਡਸਟਰੀ 'ਚ, ਛੋਟੀ 'ਚ ਬੜੇ ਉਦਯੋਗ ਨੇ ਜਿਹੜੇ ਉਹ ਕੈਪੀਟਲ ਇੰਟੈਂਸਿਵ ਨੇ, ਉਹਨਾਂ 'ਤੇ ਪੈਸਾ ਜ਼ਿਆਦਾ ਲੱਗਦਾ ਹੈ, ਉਹਨਾਂ 'ਤੇ ਮਸ਼ੀਨਰੀ ਜ਼ਿਆਦਾ ਹੁੰਦੀ ਹੈ, ਉਹਨਾਂ 'ਚ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲਦਾ। ਸੋ ਸਾਡਾ ਜਿਹੜਾ ਦੇਸ਼ ਹੈ 138 ਕਰੋੜ ਦੀ ਆਬਾਦੀ ਹੈ, ਇਹਨੂੰ ਰੁਜ਼ਗਾਰ ਦੀ ਲੋੜ ਹੈ। ਇੱਕ ਤਾਂ ਇਸ ਪਾਸੇ ਇਹ ਪੱਖ ਬਜਟ ਦਾ ਮਾੜਾ ਹੈ। ਦੂਜਾ, ਇਸ ਵਾਰੀ ਬਜਟ ਤਾਂ ਬਿਲਕੁਲ ਹੀ ਰਿਟੋਰਿਕ ਹੈ। ਉਹੀ ਗੱਲ ਵੀ 6 ਸਾਡੇ ਇਸ਼ੂ ਨੇ ਜੀ, ਅਸੀਂ ਸਿਹਤ ਵੈਲਨੈਸ ਕਰਕੇ ਦੇਵਾਂਗੇ, ਅਸੀਂ ਇਨਫਰਾਸਟਰਕਚਰ ਡਿਵੈਲਪ ਕਰਾਂਗੇ, ਅਸੀਂ ਰਿਸਰਚ ਕਰਾਂਗੇ, ਅਸੀਂ ਆਤਮ ਨਿਰਭਰ ਬਣਾਵਾਂਗੇ, ਅਸੀਂ ਗਵਰਨੈਂਸ ਘੱਟ ਕਰਾਂਗੇ, ਗੌਰਮੈਂਟ ਘੱਟ ਹੋਏਗੀ, ਗਵਰਨੈਂਸ ਹੋਏਗੀ, ਮੈਕਸਿਮਮ ਗਵਰਨੈਂਸ। ਹਾਂ, ਅਤੇ ਜਿਹੜੀ ਗੌਰਮੈਂਟ ਘੱਟ ਹੋਏਗੀ ਕਹਿੰਦੇ ਨੇ ਇਹ ਤਾਂ ਗੌਰਮੈਂਟ ਦਿਖਦੀ ਆ, ਗਵਰਨੈਂਸ ਤਾਂ ਦਿਖਦੀ ਨਹੀਂ ਕਿਤੇ। ਕਿਸੇ ਵੀ ਮਹਿਕਮੇ ਜਾ ਕੇ ਤੁਸੀਂ, ਚਾਹੇ ਸੈਂਟਰ ਗੌਰਮੈਂਟ ਦੇ ਮਹਿਕਮਿਆਂ ਦੇ ਵਿੱਚ ਇਟਸੈਲਫ, ਉੱਥੇ ਆਪਾਂ ਰੇਲਵੇ ਦਾ ਹਾਲ ਦੇਖੇ ਸੀ ਕੋਵਿਡ ਵੇਲੇ, ਕਿਧਰੇ ਹੋਰ ਹੀ ਪਾਸੇ ਚਲੇ ਗਏ। ਜੇ ਗਵਰਨੈਂਸ ਚੰਗੀ ਹੁੰਦੀ ਫਿਰ ਤਾਂ ਹੋਰ ਪਾਸੇ ਜਾਣਾ ਨਹੀਂ ਚਾਹੀਦਾ। ਗਵਰਨਮੈਂਟ ਸੀਗੀ, ਗਵਰਨਮੈਂਟ ਹੋਣ ਦਾ ਮਤਲਬ ਇਹ ਸੀ ਵੀ ਚਾਹੇ ਬੰਦਾ ਮਰ ਗਿਆ ਉਹ ਅੜੀ ਰੱਖੋ ਵੀ ਨਾ ਇੱਥੋਂ ਨਹੀਂ ਜਾਣ ਦੇਣਾ, ਇੱਧਰ ਨਹੀਂ ਜਾਣ ਦੇਣਾ। ਸੋ ਇਹ ਹੋਇਆ। ਡਾਕਟਰ ਸਾਹਿਬ, ਇੱਕ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਇਹਨਾਂ ਨੇ ਮੰਨਿਆ ਬਜਟ ਸਪੀਚ ਦੇ ਵਿੱਚ, FM ਨੇ ਮੰਨਿਆ ਹਾਂਜੀ ਵੀ ਇਸ ਦੌਰ ਦੇ ਵਿੱਚ ਜਿਹੜਾ ਕਰੋਨਾ ਕਾਲ ਆ ਬਹੁਤ ਲੋਕ ਬੇਰੁਜ਼ਗਾਰ ਹੋਏ। ਉਹਨਾਂ ਬੇਰੁਜ਼ਗਾਰਾਂ ਦੇ ਲਈ ਕੋਈ ਗੱਲ ਕੀਤੀ ਗਈ ਇਹਦੇ? ਨਹੀਂ, ਬਿਲਕੁਲ ਨਹੀਂ ਕਰੀ ਗਈ। ਉਹਦੇ ਬਲਕਿ ਮੈਂ ਹੋਰ ਪਾਸੇ ਦੱਸਦਾ ਵੀ ਜਿਹੜੀ ਬੇਰੁਜ਼ਗਾਰੀ ਨੂੰ ਦੂਰ ਕਰਨ ਦਾ ਕੋਈ ਸੋਰਸ ਕਰਨ ਦੀ ਬਜਾਏ ਇਹਨਾਂ ਨੇ ਜਿਹੜੇ ਰੁਜ਼ਗਾਰ ਹੈਗੇ ਨੇ ਉਹ ਹੋਰ ਖੋਣ ਦਾ ਤਰੀਕਾ ਬਣਾ ਲਿਆ ਕਿ 4 ਜਿਹੜੀਆਂ ਪਬਲਿਕ ਸੈਕਟਰ ਅੰਡਰਟੇਕਿੰਗ ਨੇ ਉਹਨਾਂ 'ਚ ਜਨਰਲ ਇੰਸ਼ੋਰੈਂਸ ਕਾਰਪੋਰੇਸ਼ਨ ਵੀ ਉਹਨੂੰ ਅਸੀਂ ਵੇਚ ਦੇਣਾ, ਡਿਸਇਨਵੈਸਟਮੈਂਟ ਕਰ ਦੇਣੀ ਹੈ। ਹਾਂਜੀ। ਦੂਜੀ ਗੱਲ, ਇਹਨਾਂ ਇੰਸ਼ੋਰੈਂਸ ਦੇ ਵਿੱਚ ਫੋਰਨ ਡਾਇਰੈਕਟ ਇਨਵੈਸਟਮੈਂਟ ਪਹਿਲਾਂ 49% ਸੀ, ਉਹਨੂੰ 74% ਕਰ ਦੇਣਾ, ਜਾਣੀ ਕਿ ਬਾਹਰਲਿਆਂ ਨੂੰ ਇੱਥੇ ਮੌਕਾ ਦੇ ਦੇਣਾ। ਉਹਦੇ ਨਾਲ ਰੁਜ਼ਗਾਰ ਤਾਂ ਪੈਦਾ ਹੋਣ ਦਾ ਮਤਲਬ ਹੀ ਕੋਈ ਨਹੀਂ। ਇਸ ਤੋਂ ਅੱਗੇ ਤੀਜੀ ਚੀਜ਼ ਜਿਹੜੀ ਇਹਨਾਂ ਨੇ ਕਰੀ ਹੈ
ਜੇ ਮੈਂ ਦੇਖਾਂ ਗਾਹਾਂ ਜਿੰਨਾ ਬਜਟ ਸੀਮਤ ਹੈ ਜੇ ਕਿਸੇ ਚੀਜ਼ ਦਾ, ਉਹ ਸੀਮਤ ਬਜਟ ਨੂੰ ਵੀ ਵੰਡਿਆ ਕਿਵੇਂ ਹੈ। ਇੱਕ ਤਾਂ ਹੈਗਾ ਨਾ ਬਜਟ ਚਾਹੀਦਾ ਕਿੰਨਾ, ਦੂਜਾ ਹੈਗਾ ਉਹਦੀ ਵੰਡ ਕਿਵੇਂ ਹੁੰਦੀ ਹੈ। ਜਦ ਮੈਂ ਦੇਖਦਾ ਇਹ ਸਿਹਤ ਦਾ ਬਜਟ, ਇਹਦੇ 'ਚ ਇਹਨਾਂ ਨੇ ਕਿਹਾ ਵੀ ਅਸੀਂ 6 ਸਾਲਾਂ 'ਚ 64,000 ਕਰੋੜ ਰੁਪਈਆ ਲਾਵਾਂਗੇ ਹੈਲਥ ਐਂਡ ਵੈਲਨੈਸ ਕਲੀਨਿਕ ਵਾਸਤੇ। ਉਹ 10,000 ਕਰੋੜ 11,000 ਕਰੋੜ ਆਉਂਦਾ ਹੈ, 10,700 ਕਰੋੜ ਹਰ ਸਾਲ। ਉਹਦੇ ਮੁਕਾਬਲੇ 35,000 ਕਰੋੜ ਰੁਪਈਆ ਕਹਿੰਦੇ ਅਸੀਂ ਕਰੋਨਾ ਦੇ ਵੈਕਸੀਨ 'ਤੇ ਲਾਵਾਂਗੇ। ਹੁਣ ਕਰੋਨਾ ਦਾ ਐਡਾ ਰੌਲਾ ਪਾ ਕੇ ਉਹਦਾ ਵੈਕਸੀਨ ਕਰਕੇ ਉਹਦੇ 'ਤੇ ਹੋਰ ਪੈਸਾ ਲੱਗੀ ਜਾਣਾ ਹੈ। ਜਦ ਕਿ ਜੇ ਮੈਂ ਮੌਤਾਂ ਦੀ ਗਿਣਤੀ ਗਿਣਾ, ਪੂਰੇ ਭਾਰਤ 'ਚ ਹੁਣ ਤੱਕ 2.25 ਲੱਖ ਮੌਤ ਹੋਈ ਹੈ। ਹਾਂਜੀ ਹਾਂਜੀ। ਅਤੇ ਜਦ ਕਿ ਰੋਜ਼ ਭਾਰਤ ਦੇ ਵਿੱਚ ਨਾਰਮਲ ਮੌਤਾਂ 27,000 ਹੋ ਰਹੀਆਂ ਨੇ। ਹੁਣ ਜੇ 27,000 ਰੋਜ਼ ਮੌਤਾਂ ਹੋ ਰਹੀਆਂ ਨੇ ਤਾਂ ਤੁਸੀਂ ਜੰਮੂ ਜੀ ਸਮਝ ਸਕਦੇ ਹੋ ਵੀ 6 ਦਿਨਾਂ ਜਿੰਨੀਆਂ ਮੌਤਾਂ ਨੇ, 7 ਦਿਨਾਂ ਜਿੰਨੀਆਂ ਪੂਰੇ ਸਾਲ 'ਚ। ਹਾਂਜੀ। ਅਤੇ ਇਹਦੇ 'ਤੇ ਇੰਨਾ ਪੈਸਾ ਲਾਉਣ ਦੀ ਕੀ ਲੋੜ? ਉਹਦੇ ਟੱਟੀਆਂ ਉਲਟੀਆਂ ਨਾਲ, ਭੁੱਖਮਰੀ ਨਾਲ, ਹੋਰ ਚੀਜ਼ਾਂ ਨਾਲ ਬਹੁਤ ਜ਼ਿਆਦਾ ਮੌਤਾਂ ਹੋ ਰਹੀਆਂ ਨੇ। ਸੋ ਇੱਕ ਤਾਂ ਇਹ ਗੱਲ ਦੇਖਣ ਦੀ ਲੋੜ ਹੈ। ਦੂਜੇ ਜਿਹੜਾ ਹੈਗਾ ਹੈਲਥ ਦੇ ਅਤੇ ਕਿਸਾਨੀ ਦੇ ਨਾਲ ਜੋੜ ਕੇ ਮੈਂ ਗੱਲ ਕਰਦਾ, ਜਿਹੜੀ ਇਹਨਾਂ ਦੀ ਸਟੋਰੇਜ ਕਪੈਸਿਟੀ ਅਨਾਜ ਦੀ, ਵੇਅਰ ਹਾਊਸਿੰਗ ਹੈ, ਉਹਦੇ ਉੱਤੇ ਜਿਹੜਾ ਪੈਸਾ ਖਰਚਣਾ ਸੀ ਉਹ ਤਕਰੀਬਨ 40% ਘਟਾਤਾ। ਜੇ ਤੁਸੀਂ ਅਨਾਜ ਦੀ ਸਟੋਰੇਜ ਦੇ ਉੱਤੇ, ਅਨਾਜ ਖਰੀਦਣ ਦੇ ਉੱਤੇ ਜਿਹੜਾ ਪੈਸਾ ਪਹਿਲਾਂ ਹੈ ਉਹਦਾ ਤੁਸੀਂ 40% ਘਟਾ ਰਹੇ ਹੋ, ਇਹਦਾ ਮਤਲਬ ਨਾ ਤਾਂ ਤੁਸੀਂ ਕਿਸਾਨ ਤੋਂ ਅਨਾਜ ਖਰੀਦਣਾ, ਨਾ ਉਹਨੂੰ ਠੀਕ ਸਟੋਰ ਕਰਨਾ, ਅਤੇ ਨਾ ਹੀ ਤੁਸੀਂ ਲੋਕਾਂ ਨੂੰ ਕੁਪੋਸ਼ਣ ਜਿਨ੍ਹਾਂ ਨੂੰ ਹੈਗਾ ਉਹਨਾਂ ਨੂੰ ਅਨਾਜ ਵੰਡਣਾ, ਚਾਹੇ PDS ਰਾਹੀਂ ਦਿਓ, ਚਾਹੇ ਮਿਡ ਡੇ ਮੀਲ ਰਾਹੀਂ ਦਿਓ, ਜੋ ਵੀ 100 ਸਕੀਮਾਂ ਤੁਸੀਂ ਬਣਾ ਸਕਦੇ ਹੋ। ਸੋ ਇਹ ਤੋਂ ਇਹ ਪਤਾ ਲੱਗਦਾ ਹੈ ਵੀ ਤੁਸੀਂ, ਪਰ ਇਹ ਕਹਿੰਦੇ ਅਸੀਂ ਉਂਝ ਸਟੋਰੇਜ ਕਪੈਸਿਟੀ ਵਧਾਉਣੀ ਹੈ। ਉਹ ਸਟੋਰੇਜ ਕਪੈਸਿਟੀ ਕਿਹਦੀ ਬਣਾਉਣੀ ਹੈ? ਕਾਰਪੋਰੇਟ ਦੀ, ਅੰਬਾਨੀਆਂ ਅਡਾਨੀਆਂ ਦੀ, ਉਹਨਾਂ ਦੇ ਸਾਈਡੋਂ ਬਣਵਾਉਣੇ ਨੇ। ਮੰਡੀਆਂ ਦਾ ਹੀ ਇਹਨਾਂ ਨੇ ਆਖਿਆ, ਇਹ ਨਹੀਂ ਕਿਹਾ ਅਸੀਂ ਮੰਡੀਆਂ ਨਵੀਆਂ ਖੋਲਾਂਗੇ, ਇਹ ਕਹਿੰਦੇ ਅਸੀਂ ਜਿਹੜੀਆਂ APMC ਮਾਰਕੀਟ ਨੇ 1000 ਮਾਰਕੀਟ ਨੂੰ ਉਹ ਕਰ ਦੇਣਾ, ਇਲੈਕਟ੍ਰੋਨਿਕ ਬਣਾ ਦੇਣਾ। ਉਹ ਕਿਸਾਨ ਨੂੰ ਇਲੈਕਟ੍ਰੋਨਿਕ ਮਾਰਕੀਟ ਬਣੀ ਦਾ ਕੀ ਫਰਕ ਪੈਂਦਾ? ਉਹਨੂੰ ਤਾਂ ਉੱਥੇ ਮਾਰਕੀਟ 'ਚ ਉਹਦਾ ਮਾਲ ਹੀ ਇੰਨਾ ਥੋੜ੍ਹਾ ਹੈ। ਭਾਰਤ ਦਾ 86.2% ਕਿਸਾਨ ਜਿਹੜਾ ਹੈ, ਹਾਂਜੀ ਹਾਂਜੀ, ਉਹ ਤਾਂ 5 ਏਕੜ ਤੋਂ ਘੱਟ ਵਾਲਾ ਹੈ। ਉਹਦੇ ਵਿਚਾਰੇ ਕੋਲ ਤਾਂ ਪ੍ਰੋਡਿਊਸ ਹੀ ਬਹੁਤ ਥੋੜ੍ਹੀ ਹੈ। ਸੋ ਇਸ ਕਰਕੇ ਇਹ ਜਿਹੜਾ ਇਹਨਾਂ ਦਾ ਇਹ ਸਾਹਮਣੇ ਆ ਗਿਆ ਹੈ। ਆ ਪੰਜਾਬ ਨੇ ਜਿਹੜਾ ਐਕਟ ਬਣਾਇਆ ਸੀ ਵਿੱਚ ਲਿਖਿਆ ਵੀ ਉਹਦੇ ਕੋਲ ਤਾਂ ਇਹ ਹਿੰਮਤ ਹੀ ਨਹੀਂ ਕਿ ਉਹ ਦੂਜੀ ਜਗ੍ਹਾ 'ਤੇ ਜਾ ਕੇ ਵੇਚ ਲੇ। ਉਹਨੂੰ ਪ੍ਰੋਟੈਕਟ ਕਰਨਾ ਸਟੇਟ ਦੀ ਡਿਊਟੀ ਹੈ, ਉਹਦੇ ਇੰਟਰਸਟ ਨੂੰ ਪ੍ਰੋਟੈਕਟ ਕਰਨਾ। ਉਹ ਬਾਰਗੇਨ ਨਹੀਂ ਕਰ ਸਕਦਾ, ਉਹਦੀ ਇਹਨਾਂ ਨੇ ਕੋਈ ਗੱਲ ਨਹੀਂ ਕਰੀ ਇਹਦੇ 'ਚ। ਇੱਦਾਂ ਹੀ ਜੇ ਮੈਂ ਹੈਲਥ ਐਂਡ ਵੈਲਨੈਸ ਕਲੀਨਿਕ ਦੀ ਗੱਲ ਕਰਾਂ, ਜਿਵੇਂ ਇਹਨਾਂ ਨੇ ਆਯੁਸ਼ਮਾਨ ਭਾਰਤ ਨੂੰ ਬੜਾ ਪ੍ਰੋਜੈਕਟ ਕਰਿਆ ਸੀ, ਉਹਦੇ ਵਿੱਚ ਵੀ ਲੋਕਾਂ ਨੂੰ ਇਹ ਸੀਮਿਤ ਕਰਤਾ ਕਿ ਅਸੀਂ ਤੁਹਾਨੂੰ ਜਿਹੜਾ ਇਲਾਜ ਦੇਣਾ ਹੈ ਉਹ ਸਿਰਫ ਅਤੇ ਸਿਰਫ 1000 ਰੁਪਈਏ ਦਾ ਇਲਾਜ 5 ਬੰਦਿਆਂ ਨੂੰ ਅਸੀਂ 1 ਸਾਲ 'ਚ ਦਾਖਲੇ, ਜੇ ਕੋਈ ਮਰੀਜ਼ ਦਾਖਲ ਹੋ ਕੇ ਕਰਾਏਗਾ ਤਾਂ ਦੇਵਾਂਗੇ, ਕਿਉਂਕਿ ਉਹਦਾ ਪ੍ਰੀਮੀਅਮ 1084 ਦੇ ਰਹੇ ਨੇ। ਉਹ ਤੋਂ 84 ਰੁਪਏ ਤੱਕ ਕੰਪਨੀ ਦੇ ਖਰਚੇ ਪੈ ਜਾਂਦੇ ਨੇ। ਇਹਦਾ ਮਤਲਬ ਕੰਪਨੀ ਨੂੰ 1000 ਰੁਪਈਆ ਮਿਲਿਆ ਇੱਕ ਪਰਿਵਾਰ ਵਾਸਤੇ, 5 ਜੀਆਂ ਦੇ ਪਰਿਵਾਰ ਵਾਸਤੇ। ਫਿਰ ਉਹ 5 ਜੀਆਂ ਦੇ ਪਰਿਵਾਰ ਨੂੰ ਲਿਮਿਟ ਜਿੰਨੀ ਮਰਜ਼ੀ ਹੋਵੇ, ਇਲਾਜ ਤਾਂ ਵੱਧ ਤੋਂ ਵੱਧ 1000 ਦਾ ਹੀ ਮਿਲ ਸਕਦਾ ਨਾ। ਅਤੇ 200 ਰੁਪਏ ਜੇ ਇੱਕ ਬੰਦਾ ਵੀ ਬਿਮਾਰ ਹੋ ਜਾਏ 1000 'ਚ ਆਪਾਂ ਨੂੰ ਪਤਾ ਆਊਟਡੋਰ 'ਚ ਲੱਗ ਜਾਂਦੇ ਨੇ, ਮੈਂ ਡਾਕਟਰ ਦੇ ਤੌਰ 'ਤੇ ਕਹਿ ਸਕਦਾ। ਸੋ ਉਹ ਇਲਾਜ ਵਾਲਾ ਵੀ ਹੁਣ ਇਹਨਾਂ ਨੇ ਇੱਕ ਨਵੀਂ ਗੱਲ ਕਹੀ ਤੀ ਇਸ ਬਜਟ 'ਚ, ਕਹਿੰਦੇ ਜੇ ਅਸੀਂ ਆਲ ਇੰਡੀਆ ਮੈਡੀਕਲ ਸਰਵਿਸ ਇੰਟਰੋਡਿਊਸ ਕਰਾਂਗੇ। ਇਹ ਅਗੇਨ ਸਟੇਟਾਂ ਦੇ ਅਧਿਕਾਰ 'ਤੇ ਹੈ, ਡਾਕਾ ਮਾਰਨ ਦਾ ਤਰੀਕਾ ਵੀ ਤੁਸੀਂ ਆਲ ਇੰਡੀਆ ਸਰਵਿਸ ਪਾ ਦਿਓ, ਉਹ ਸਾਰੇ ਤੁਹਾਡੇ ਕੰਟਰੋਲ 'ਚ ਨੇ, ਉਹਨਾਂ ਤੋਂ ਜੋ ਮਰਜ਼ੀ IAS IPS ਅਫਸਰਾਂ ਦਾ ਇਹੀ ਦੇਖਦੇ ਹਾਂ ਵੀ ਉਹਨਾਂ ਤੋਂ ਜੋ ਮਰਜ਼ੀ ਕਰਾ ਲਓ, ਸਟੇਟ ਦਾ ਕੰਟਰੋਲ ਹੀ ਨਾ ਰਹੇ। ਸਟੇਟ ਨੂੰ ਡਾਕਟਰਾਂ ਦੀ ਲੋੜ ਹੈ, ਕਿਹੋ ਜਿਹੇ ਡਾਕਟਰਾਂ ਦੀ ਲੋੜ ਹੈ, ਤੁਸੀਂ ਆਪਦੇ ਮਰਜ਼ੀ ਕਰੀ ਜਾਓ। ਸੋ ਇੱਦਾਂ ਹੀ ਜਿਹੜਾ ਹੈਲਥ ਦੇ ਬਜਟ 'ਚ ਜਿਹੜਾ ਵਾਧਾ ਕਰਿਆ ਥੋੜ੍ਹਾ ਜਿਹਾ, ਉਹ ਇਨਫਲੇਸ਼ਨ ਬਹੁਤ ਜ਼ਿਆਦਾ ਵਾਧਾ ਘੱਟ ਕਰਿਆ। ਇਹ ਐਜੂਕੇਸ਼ਨ ਦਾ ਬਜਟ ਜਿਹੜਾ ਇਹ ਹਰ ਐਜੂਕੇਸ਼ਨ ਦੇ ਵਿੱਚ ਬਹੁਤ ਨੋਮੀਨਲ ਵਾਧਾ ਕਰਿਆ। ਉਹਦੇ 'ਚ ਕਹਾਂ ਐਜੂਕੇਸ਼ਨ ਅਤੇ ਹੈਲਥ ਦੇ ਬਜਟ 'ਚ ਇੱਕ ਹੋਰ ਨਵੀਂ ਗੱਲ ਕਰਤੀ। ਦੇਖਣ ਨੂੰ ਉਹ ਲੱਗਦਾ ਵੀ ਬਜਟ ਹੈ ਜਿਹੜਾ 1,04,000 ਕਰੋੜ ਦਾ ਹੈਲਥ ਦਾ, ਪਰ ਜਦ ਤੁਸੀਂ ਦੇਖਦੇ ਹੋ ਉਹਦੇ 'ਚ ਉਹਨਾਂ ਨੇ ਕਹਿਤਾ ਵੀ ਪੁਰਾਣੇ ਇੰਨੇ ਪੈਸੇ ਹੋਰ ਇਹਨਾਂ ਤੋਂ ਕਰਾਉਣੇ, ਉਹ ਅੱਧਾ ਰਹਿ ਗਿਆ। ਐਜੂਕੇਸ਼ਨ ਦਾ ਵੀ 52,000 ਕਰੋੜ ਰਹਿ ਗਿਆ 1,10,000 ਕਰੋੜ ਕਰੇ ਹੋਏ ਤੋਂ। ਸੋ ਉਹਦਾ ਕੀ ਹੈ ਕਿ ਜੀ ਪਹਿਲਾਂ ਤੁਸੀਂ ਜ਼ਿਆਦਾ ਖਰਚੇ ਕਰ ਲਏ, ਜਦ ਤੁਸੀਂ ਪਹਿਲਾਂ ਜ਼ਿਆਦਾ ਖਰਚੇ ਕਰ ਲਏ, ਉਹਦਾ ਹਿਸਾਬ ਨਹੀਂ ਦਿੱਤਾ, ਉਹ ਵਾਪਸ ਨਹੀਂ ਕਰੇ, ਫਲਾਣ ਨਹੀਂ ਕਰਾ, ਆਪਣੇ ਜਿਹੜੇ ਸਕੋਲਰਸ਼ਿਪ ਦੇ ਰੌਲੇ ਪੈਂਦੇ ਨੇ ਉਹਨੇ ਕੱਟ ਦੇਣੇ ਨੇ। ਉਹ ਬਜਟ ਦੇ ਵਿੱਚ ਲਿਖਿਆ ਹੋਇਆ ਹੈ। ਤੁਸੀਂ ਇਹਨਾਂ ਦੀ ਕਿਤਾਬ ਹੈ 142 ਪੇਜ ਦੀ, ਉਹਨੂੰ ਸਾਰੀ ਨੂੰ ਪੜ੍ਹੋ, ਜਿਹੜਾ ਅੱਜ ਜਾਰੀ ਹੋ ਗਈ ਉਹਨੂੰ ਪੜ੍ਹ ਕੇ ਆਪਾਂ ਦੇਖ ਸਕਦੇ ਹਾਂ। ਸੋ ਇਸ ਤੋਂ ਇਹ ਪਤਾ ਲੱਗਦਾ ਹੈ ਵੀ ਜਿਹੜੀ ਸਿਹਤ ਦੇ ਵਿੱਚ ਜਾਂ ਸਿੱਖਿਆ ਦੇ ਵਿੱਚ ਜਿਹੜੇ ਦੋ ਮੂਲ ਤਰੀਕੇ ਨੇ, ਉਹਦੇ 'ਚ ਵੀ ਬਜਟ ਹੈ। ਰੂਰਲ ਇਨਫਰਾਸਟਰਕਚਰ ਦੇ ਵਿੱਚ ਵੀ, ਰੂਰਲ ਇਨਫਰਾਸਟਰਕਚਰ ਨੂੰ ਡਿਵੈਲਪਮੈਂਟ ਵਾਸਤੇ ਜਿਹੜਾ ਬਜਟ ਦਿੱਤਾ ਹੈ, ਉਹਨੂੰ ਇਨਫਰਾਸਟਰਕਚਰ ਡਿਵੈਲਪਮੈਂਟ ਕਹੀ ਕਿਹਨੂੰ ਗਿਆ? ਕਿਹਾ ਇਹ ਨਹੀਂ ਗਿਆ ਕਿ ਲੋਕਾਂ ਦਾ ਉੱਥੇ ਕੋਈ ਰੁਜ਼ਗਾਰ ਮਿਲੇਗਾ ਜਾਂ ਉੱਥੇ ਕੋਈ ਪਲਾਂਟੇਸ਼ਨ ਹੋਏਗੀ ਜਾਂ ਇਨਵਾਇਰਮੈਂਟ ਠੀਕ ਹੋਏਗੀ। ਉੱਥੇ ਰੂਰਲ ਇਨਫਰਾਸਟਰਕਚਰ ਦੇ ਨਾਂ ਦੇ ਉੱਤੇ
ਜਿਹੜੇ ਐਗਰੀਕਲਚਰ ਕ੍ਰੈਡਿਟ ਸੁਸਾਇਟੀਆਂ ਬਣਾਉਣੀਆਂ ਨੇ NGO ਉਹਦੇ ਰਾਹੀਂ ਉਹਨੂੰ ਬੈਨੀਫਿਟ ਦੇਣ ਵਾਸਤੇ ਹੈ। ਸੋ ਇਸ ਕਰਕੇ ਸਾਨੂੰ ਜਦ ਅਸੀਂ ਇਸ ਬਜਟ ਨੂੰ ਇਹਨਾਂ ਐਂਗਲ ਤੋਂ, ਪਰ ਇਹ ਕਿਉਂਕਿ ਇੰਡਸਟਰੀ ਦੇ ਪੱਖ 'ਚ ਹੈ, ਇਹਦਾ ਇੱਕ ਹੋਰ ਨਿਸ਼ਾਨੀ ਸਾਹਮਣੇ ਆ ਜਾਂਦੀ ਹੈ। ਉਹ ਇਹ ਹੈ ਵੀ ਸੈਂਸੈਕਸ ਚੜ੍ਹ ਗਿਆ ਬਜਟ ਪੇਸ਼, ਹਾਂਜੀ ਹਾਂਜੀ, ਉਹਦੇ ਤੋਂ ਹੀ ਅੰਦਾਜ਼ਾ ਹੋ ਜਾਂਦਾ ਵੀ ਉਹਦੀ ਪਤਾ ਲੱਗ ਜਾਂਦਾ ਵੀ ਕਿਹਦੇ ਪੱਖ ਦਾ ਕਿਹਦੇ ਉਲਟਾ ਹੈ। ਸੋ ਇਸ ਕਰਕੇ ਅਸੀਂ ਬੜੇ ਸਪਸ਼ਟ ਹਾਂ ਵੀ ਇਹ ਬਜਟ ਲੋਕਾਂ ਨੂੰ ਕੋਈ ਉਸ ਤਰੀਕੇ ਦੀ ਨਾ ਤਾਂ ਰਾਹਤ ਦਿੰਦਾ ਹੈ। ਦੂਜੀ ਗੱਲ GDP ਦਾ ਫਿਜ਼ੀਕਲ ਡੈਫੀਸਿਟ ਬਹੁਤ ਜ਼ਿਆਦਾ ਹੈ, 9.5% ਫਿਜ਼ੀਕਲ ਡੈਫੀਸਿਟ ਹੈ। ਕਹਿੰਦੇ ਨੇ ਅਗਲੇ ਸਾਲ ਸ਼ਾਇਦ 6.5 ਹੋ ਜੇ। ਇਹ ਫਿਜ਼ੀਕਲ ਡੈਫੀਸਿਟ ਬਹੁਤ ਜ਼ਿਆਦਾ ਹੈ। ਕਰਜ਼ਾ ਲੈਣਾ ਹੈ ਮਾਰਕੀਟ 'ਚੋਂ, ਕਹਿੰਦੇ ਮਾਰਕੀਟ 'ਚ ਫਲੋਟ ਕਰਕੇ ਕਰਜ਼ਾ ਲਵਾਂਗੇ ਹੁਣ 12 ਲੱਖ ਇਸ ਸਾਲ, ਜਿਹੜਾ ਤਾਂ ਉਹ ਤਾਂ ਅਗਲੇ ਸਾਲ ਦਾ ਹੈ। ਇਸ ਸਾਲ 2 ਮਹੀਨਿਆਂ ਵਾਸਤੇ 80,000 ਕਰੋੜ ਦਾ ਕਰਜ਼ਾ ਲੈਣਾ ਹੈ। ਆਹ 2 ਮਹੀਨੇ ਜਿਹੜੇ ਰਹਿ ਗਏ ਨੇ ਫਰਵਰੀ ਤੇ ਮਾਰਚ, ਇਹਦੇ ਵਾਸਤੇ ਵੀ 80,000 ਕਰੋੜ ਦਾ ਕਰਜ਼ਾ ਲੈਣਾ ਹੈ। ਇੱਦਾਂ ਤੁਸੀਂ ਕਰਜ਼ਾ ਲੈ ਕੇ ਮੁੜ ਕੇ ਚਲਾਂਗੇ, ਫਿਰ ਤੁਸੀਂ ਸਮਾਨ ਆਪਦੇ ਜਾਇਦਾਦਾਂ ਵੇਚ ਕੇ, ਜਿੰਨੀਆਂ ਐਸੈਟਸ ਨੇ ਅਸਲ 'ਚ ਏਮ ਕੀ ਹੈ ਵੀ ਉਹਨੂੰ ਵੇਚ ਦਿਓ, ਉਹਦੇ ਨਾਲ ਕੰਮ ਚਲਾ ਜਾਓ। ਇਹ ਉਹੇ ਜਿਹੇ ਨਲਾਇਕ ਮੈਂ ਕਹਾਂਗਾ ਸਰਕਾਰਾਂ ਨੇ, ਉਸ ਨਲਾਇਕ ਬੱਚੇ ਦੀ ਤਰ੍ਹਾਂ ਨੇ ਜਿਹੜਾ ਆਪਦੇ ਬਾਪ ਦੀ ਕਮਾਈ ਹੋਈ ਜ਼ਮੀਨ ਜਾਂ ਵਪਾਰ ਨੂੰ ਵੇਚ ਕੇ ਰੋਟੀ ਖਾਂਦਾ। ਉਹ ਕਮਾਉਂਦਾ ਨਹੀਂ ਆਪ, ਉਹ ਵੇਚ ਕੇ ਰੋਟੀ ਖਾਂਦਾ। ਇਹ ਵੇਚੀ ਜਾ ਰਹੇ ਨੇ ਸਭ ਕੁਛ। ਸੋ ਇਸ ਕਰਕੇ ਇੱਕ ਗੱਲ ਜਿਹੜੀ ਬੜੀ ਆਉਂਦੀ ਹੈ ਕਿ ਸੂਬੇ ਜਿਹੜੇ ਉਹ ਵੱਧ ਅਧਿਕਾਰ ਮੰਗਦੇ, ਵੱਧ ਪੈਸਾ ਮੰਗਦੇ ਆ, ਤੇ GST 'ਚ ਵੀ ਉਹਨਾਂ ਨੂੰ ਵੱਧ ਪੈਸਾ ਨਹੀਂ ਮਿਲ ਰਿਹਾ। ਇਸ ਬਜਟ ਦੇ ਵਿੱਚ ਵੀ ਕੋਈ ਇਹੋ ਜਿਹੀ ਮੇਰੇ ਖਿਆਲ ਕੋਈ ਪ੍ਰਬੰਧ ਕੀਤਾ ਨਹੀਂ ਗਿਆ ਕਿ ਉਹਨਾਂ ਨੂੰ ਵੱਧ ਪੈਸਾ ਮਿਲ ਸਕੇ। ਮੈਂ ਪੈਸਿਆਂ ਦੀ ਗੱਲ ਦੇ ਉੱਤੇ ਗੱਲ ਦੱਸ ਦਿੰਦਾ, ਪੂਰਾ ਹਿਸਟਰੀ ਜਿਹੜੀ ਹੈ ਇਸ ਦੀ। ਜਦ ਪਹਿਲਾ ਫਾਈਨੈਂਸ ਕਮਿਸ਼ਨ ਸੀ, ਇਹ ਫਾਈਨੈਂਸ ਕਮਿਸ਼ਨ ਨਾਲ ਹੀ ਡਿਸਾਈਡ ਹੁੰਦਾ। ਹਾਂਜੀ ਹਾਂਜੀ, ਅਲਟੀਮੇਟਲੀ ਸਾਰਾ ਕੁਝ ਫਾਈਨਾਂਸ ਕਮਿਸ਼ਨ ਹੈ। ਹੁਣ ਇਹ 15ਵੇਂ ਫਾਈਨੈਂਸ ਕਮਿਸ਼ਨ ਦੀ ਰਿਪੋਰਟ ਆ ਗਈ ਹੈ, ਇਹ 6 ਸਾਲ ਲਾਗੂ ਹੋਣੀ ਹੈ। ਅਤੇ ਜਿਹੜਾ 15ਵਾਂ ਫਾਈਨੈਂਸ ਕਮਿਸ਼ਨ ਹੈ, ਇਹਨੇ 41% ਦਿੱਤਾ ਹਿੱਸਾ ਇਨਕਮ ਟੈਕਸ 'ਚੋਂ ਵੀ ਅਤੇ ਐਕਸਾਈਜ਼ ਡਿਊਟੀ 'ਚੋਂ ਵੀ। ਹਾਂਜੀ। ਜਦ ਕਿ ਸਭ ਤੋਂ ਅਤੇ ਵਾਜਪਾਈ ਸਰਕਾਰ ਜਦ ਆਈ, BJP ਨੇ ਇਹ ਘਟਾਉਣਾ ਸ਼ੁਰੂ ਕਰ। ਸਭ ਤੋਂ ਪਹਿਲਾਂ ਜਿਹੜਾ ਬਜਟ ਸੀ ਉਹ 'ਚ 75% ਸੀ, 52% ਤੋਂ 52% ਸੀ, ਫਿਰ 75% ਤੱਕ ਚਲਾ ਗਿਆ ਸੀ ਜਿਹੜਾ ਹਿੱਸਾ ਸੀ ਕੇਂਦਰ ਦੇ ਟੈਕਸਾਂ ਦੇ ਵਿੱਚੋਂ ਸੂਬਿਆਂ ਦੇ ਟੈਕਸ ਦਾ। ਸੋ 52% ਤੋਂ 65% 'ਤੇ ਚਲਾ ਗਿਆ ਸੀ। ਠੀਕ ਹੋ ਗਿਆ। 100 ਰੁਪਈਆ ਜੇ ਕੇਂਦਰ ਕੋਲ ਜਾਂਦਾ ਸੀ ਟੈਕਸ ਦਾ, ਉਹ 'ਚੋਂ 65 ਰੁਪਈਏ ਸੂਬਿਆਂ ਨੂੰ ਮਿਲ ਜਾਂਦੇ ਸੀ। ਜਦ ਕਿ ਬਹੁਤੇ ਟੈਕਸ ਸੂਬੇ ਖੁਦ ਲਾਉਂਦੇ ਸੀ, ਸੈਂਟਰ ਨੇ ਉਹ ਟੈਕਸ ਵੀ ਨਹੀਂ ਆਪਦੇ ਹੱਥ ਚਲੇ ਹੋਏ ਸੀ। ਉਦੋਂ ਬਾਅਦ ਹੌਲੀ ਹੌਲੀ ਇਹਨਾਂ ਨੇ ਕੀ ਕਰਿਆ, ਟੈਕਸ ਤਾਂ ਸੈਂਟਰ ਲੈਣੇ ਸ਼ੁਰੂ ਕਰਤੇ ਸਾਰੇ, ਅਤੇ ਸਟੇਟਾਂ ਦਾ ਹਿੱਸਾ ਘਟਾਈ ਗਏ ਨਾਲ। ਉਹਦੇ ਨਾਲ ਸਟੇਟਾਂ ਜਿਹੜੀਆਂ ਬਿਲਕੁਲ ਮੈਂ ਕਹਾਂਗਾ ਦਿਵਾਲੇ ਦੇ ਕਗਾਰ 'ਤੇ ਆ ਗਈਆਂ। ਉਹ ਉਹਨਾਂ ਦਾ ਜਿਹੜਾ ਮੀਨਸ ਵਾਲਾ ਤਰੀਕਾ ਹੈ, ਉਹ ਮੀਨਸ ਹੀ ਪੂਰੇ ਨਹੀਂ ਹੋ ਰਹੇ। ਉਹ ਮੀਨਸ ਦੇ ਨਾਲ ਉਹ ਗੁਜ਼ਾਰਾ ਹੀ ਨਹੀਂ ਕਰ ਸਕਦੇ। ਜਦ ਤੁਸੀਂ ਇੱਕ ਬੰਦੇ ਦਾ ਜਿਹੜੀ ਆਮਦਨ ਹੈ ਉਹ 'ਤੇ ਕਰਜ਼ਾ ਤੁਸੀਂ ਆਪਦੇ ਕੋਲ ਕਰ ਲਿਆ, ਅਤੇ ਜਿਹੜਾ ਉਹਦੇ ਹੈਗੇ ਨੇ ਖਰਚੇ ਉਹ ਘਟੇ ਨਹੀਂ ਹੈਗੇ, ਅਤੇ ਫਿਰ ਤਾਂ ਉਹਨੇ ਭੁੱਖਾ ਮਰਨਾ ਹੀ ਮਰਨਾ ਹੈ ਨਾ। ਉਹ ਤਾਂ ਵਿਚਾਰਾ ਤੁਹਾਡੇ ਹਾੜੀ ਕੱਢੂਗਾ। ਸੋ ਇਹ ਸਿਸਟਮ ਜਿਹੜਾ ਹੈ, ਇਹ ਵਾਜਪਾਈ ਸਰਕਾਰ ਸ਼ੁਰੂ ਹੋਇਆ ਸੀ ਕਿ ਇਹਨਾਂ ਦਾ ਹਿੱਸਾ ਘਟਾਈ ਜਾਓ। ਪਿਛਲੇ ਸਾਲ 42% ਸੀ, ਐਤਕੀ 41 ਕਰਤਾ, 1% ਹੋਰ ਘਟਾਤਾ। 1% ਨਾਲ ਵੀ ਬਹੁਤ ਜ਼ਿਆਦਾ। ਇਹ ਤਾਂ 1% ਹੈ ਨਾ, ਉਹਦਾ ਅਮਾਊਂਟ ਜਦ ਕੁਆਂਟਮ ਦੇਖਦੇ ਤਾਂ ਬਹੁਤ ਵੱਡੀ ਹੋ ਜਾਂਦੀ ਹੈ। ਸੋ ਇਸ ਕਰਕੇ ਸਟੇਟਾਂ ਨੂੰ ਜਿਹੜੀ ਸਹਾਇਤਾ ਦੇਣੀ ਸੀ, ਸਟੇਟਾਂ ਨੂੰ ਜਿਹੜਾ ਡਾਇਵਲਜ ਕਰਨਾ ਸੀ, ਕਹਿਣਾ ਵੀ ਉੱਧਰ ਨੂੰ ਭੇਜੋ ਪੈਸਾ, ਉਹ ਜਿਹੜਾ ਪੈਸਾ ਭੇਜਣਾ ਸੀ ਉਹਦੇ ਵਿੱਚ ਵੀ ਇਹ ਜਿਹੜਾ ਬਜਟ ਹੈ ਇਹ ਹੈਲਪ ਨਹੀਂ ਕਰਦਾ, ਬਲਕਿ ਇਹ ਉਲਟ ਪਾਸੇ ਲੈ ਕੇ ਜਾਂਦਾ ਹੈ। ਡਾਕਟਰ ਸਾਹਿਬ ਇਹ ਦੱਸੋ ਵੀ ਤੁਸੀਂ ਮਤਲਬ ਜਿਹੜਾ ਘਰੇਲੂ ਬਜਟ ਆ, ਜਿਹੜੀਆਂ ਸਵਾਣੀਆਂ ਚਲਾਉਂਦੀਆਂ ਉਹਨਾਂ ਨੂੰ ਕੋਈ ਇਹਦੇ ਬਜਟ ਤੋਂ ਕੋਈ ਰਾਹਤ ਮਿਲੀ ਹੈ? ਕੋਈ ਸਬਸਿਡੀ ਕੋਈ ਵਧੀ ਹੈ, ਘਟੀ ਹੈ, ਕੀ ਹੈਗਾ? ਮਤਲਬ ਦੇਖੋ ਸਬਸਿਡੀ ਤਾਂ ਕਿਸੇ ਚੀਜ਼ 'ਤੇ ਵਧੀ ਨਹੀਂ। ਉਹ ਤਾਂ ਜਿਹੜਾ ਆਪਾਂ ਇਸ ਨੂੰ ਬਜਟ ਨੂੰ ਉਸ ਐਂਗਲ ਤੋਂ ਦੇਖਣ ਦਾ ਕੋਈ ਫਾਇਦਾ ਹੀ ਨਹੀਂ। ਉਹਦਾ ਕਾਰਨ ਕੀ ਹੈ ਕਿ ਇਹਨਾਂ ਨੇ ਕਿਹਾ ਜੀ ਅਸੀਂ ਰਸੋਈ ਗੈਸ ਜਿਹੜੀ ਹੈ ਅਸੀਂ ਹੋਰ 1 ਕਰੋੜ ਬੰਦੇ ਨੂੰ ਉਜਵਲਾ ਯੋਜਨਾ 'ਚ, ਹਾਂਜੀ 1 ਕਰੋੜ ਦਾ ਕੀਤਾ ਨਵਾਂ। ਅਤੇ ਉਹ ਉਜਵਲਾ ਯੋਜਨਾ 'ਚ ਕੋਈ ਉਹ ਆਪਾਂ ਨੂੰ ਉਜਵਲਾ ਯੋਜਨਾ ਦਾ ਪਹਿਲਾਂ ਹੀ ਪਤਾ ਵੀ ਜਿਨ੍ਹਾਂ ਨੂੰ ਉਜਵਲਾ ਯੋਜਨਾ 'ਚ ਲਿਆ ਸੀ ਉਹਨਾਂ ਦੇ ਵੀ ਬੰਦ ਹੋ ਗਏ। ਜਿਹੜੀ ਰਸੋਈ ਗੈਸ ਜਿਨ੍ਹਾਂ ਨੂੰ ਦਿੱਤੀ ਸੀ ਉਹ ਵੀ ਬੰਦ ਹੋ ਗਈ। ਉਹਦੇ 'ਚ ਜਿੱਥੋਂ 200-250 ਦੀ ਸਬਸਿਡੀ ਸੀ ਉਹ 8 ਜਾਂ 9 ਰੁਪਏ ਰਹਿ ਗਈ ਹੈ। ਹਾਂ, ਅਤੇ ਨਹੀਂ ਗੈਸ ਦਾ ਰੇਟ ਹੀ ਵੱਧ ਗਿਆ। ਹਾਂ ਰੇਟ ਵੱਧ ਗਿਆ। ਜਿਹੜਾ ਤੁਸੀਂ ਸਵਾਨੀ ਦੀ ਗੱਲ ਕਰਦੇ ਹੋ, ਸਵਾਨੀ ਨੇ ਕੀ ਵਰਤਣਾ? ਸਵਾਨੀ ਨੇ ਸਮਾਨ ਜਿਹੜਾ ਪੈਟਰੋਲੀਅਮ ਵਸਤੂਆਂ ਬਣਦਾ ਉਹ ਵਰਤਣਾ। ਇੱਕ ਤਾਂ ਬਹੁਤ ਜ਼ਿਆਦਾ ਸਮਾਨ ਜਿਹੜੇ ਕੈਮੀਕਲ ਨੇ, ਚਾਹੇ ਉਹਨਾਂ ਦੇ ਕੋਸਮੈਟਿਕਸ ਨੇ, ਚਾਹੇ ਘਰ ਦੀ ਸਫਾਈ ਦੇ ਨੇ, ਸਾਰੇ ਪੈਟਰੋਲੀਅਮ ਵਸਤੂਆਂ ਤੋਂ ਬਣਦੇ ਨੇ। ਦੂਜਾ ਸਵਾਨੀ ਨੇ ਜਿਹੜਾ ਸਮਾਨ ਵਰਤਣਾ ਕਿਚਨ 'ਚ ਉਹ ਡੀਜ਼ਲ ਨਾਲ ਪੈਦਾ ਹੁੰਦਾ ਹੈ, ਚਾਹੇ ਖੇਤੀ ਦੀਆਂ ਵਸਤਾਂ ਨੇ ਚਾਹੇ ਦੂਜੀਆਂ ਨੇ। ਤੀਜਾ ਜਿਹੜਾ ਹੈਗਾ ਗੈਸ ਦੀ ਲੋੜ ਆ ਉਹਨੂੰ ਰਸੋਈ 'ਚ। ਠੀਕ ਹੋ ਗਿਆ। ਇਹ ਸਾਰਾ ਕੁਛ ਜਿਹੜਾ ਹੈ ਇਹਦੇ ਉੱਤੇ ਗੈਸ 'ਤੇ ਐਕਸਾਈਜ਼ ਡਿਊਟੀ ਵਧਾਤੀ, ਗੈਸ ਦੇ ਉੱਤੇ ਇਹਦੇ ਉੱਤੇ ਡੀਜ਼ਲ ਅਤੇ ਪੈਟਰੋਲ ਔਰ ਡੀਜ਼ਲ ਦੇ ਉੱਤੇ ਡਿਊਟੀ ਵਧਾ ਕੇ ਗੁਜ਼ਾਰਾ ਕਰ ਰਹੇ ਨੇ। ਜਦੋਂ ਉੱਤੇ ਪੈਟਰੋਲ ਡੀਜ਼ਲ 'ਤੇ ਦੋਹਾਂ ਦੀ ਡਿਊਟੀ ਵਧਾਤੀ ਹੈ
ਤੇ ਜਿਹੜੀ ਸੈਂਟਰਲ ਐਕਸਾਈਜ਼ ਡਿਊਟੀ ਸੀ 1.8 ਤੇ 1.6 ਕਰਤੀ, ਡੀਜ਼ਲ ਤੇ ਸੌਰੀ ਪੈਟਰੋਲ ਤੇ 1.4, ਡੀਜ਼ਲ ਤੇ 1.8 ਰੁਪਏ ਪ੍ਰਤੀ ਲੀਟਰ। ਜਿਹੜੀ ਐਡੀਸ਼ਨਲ ਐਕਸਾਈਜ਼ ਡਿਊਟੀ ਕਰਤੀ ਉਹ 11 ਤੇ 8, 11 ਰੁਪਏ ਪੈਟਰੋਲ ਤੇ 8 ਰੁਪਏ ਉਸ ਦੇ ਉੱਤੇ ਕਰਤੀ ਡੀਜ਼ਲ ਤੇ। ਸੋਨੇ ਹੋਰ ਵਧਣਾ ਹੀ ਹੈ। ਜਦ ਪੈਟਰੋਲ ਤੇ ਡੀਜ਼ਲ ਮਹਿੰਗਾ ਹੋਣਗੇ ਤਾਂ ਸਾਰਾ ਸਮਾਨ, ਇੰਜਨ ਚੱਲਦਾ ਹੈ, ਟਰੈਕਟਰ ਚੱਲਦਾ ਹੈ, ਕੋਈ ਚੀਜ਼ ਚੱਲਦੀ ਹੈ, ਕੋਈ ਮਸ਼ੀਨਰੀ ਚੱਲਦੀ ਹੈ, ਉਹ ਇਹਦੇ ਨਾਲ ਚੱਲਦੀ ਹੈ। ਜਾਂ ਬਿਜਲੀ ਚੱਲਦੀ ਹੈ, ਈਵਨ ਬਿਜਲੀ ਦੀ ਜਨਰੇਸ਼ਨ ਦੇ ਉੱਤੇ, ਜਨਰੇਸ਼ਨ ਹੈ ਜਿਹੜੀ ਪੈਟਰੋਲ ਡੀਜ਼ਲ 'ਤੇ ਕਈ ਜਗ੍ਹਾ 'ਤੇ ਨਿਰਭਰ ਹੈ। ਸੋ ਪੈਟਰੋਲ ਡੀਜ਼ਲ ਦੇ ਵਧਣ ਨਾਲ ਤੁਹਾਡੀਆਂ ਰਸੋਈ ਦੀਆਂ ਖਪਤ ਦੀਆਂ ਘਰੇਲੂ ਚੀਜ਼ਾਂ, ਕੱਪੜਾ, ਈਵਨ ਆ ਜਿੰਨੇ ਟੈਰੀਨ ਨੇ, ਜਿਹੜੇ ਪੋਲੀਐਸਟਰਸ ਨੇ, ਆਰਟੀਫਿਸ਼ੀਅਲ ਸਿੰਥੈਟਿਕ ਜਿਹੜੇ ਫਾਈਬਰ ਨੇ, ਉਹ ਸਾਰੇ ਦੇ ਸਾਰੇ ਪੈਟਰੋਲੀਅਮ ਵਸਤਾਂ 'ਚੋਂ ਬਣਦੇ ਨੇ। ਸੋ ਇਹਦੇ ਨਾਲ ਜਿਹੜਾ ਇਹ ਬਜਟ ਹੈ, ਕਿਉਂਕਿ ਪੈਟਰੋਲੀਅਮ ਦੇ ਉੱਤੇ ਅਤੇ ਡੀਜ਼ਲ ਦੇ ਉੱਤੇ ਇਹਨਾਂ ਨੇ ਐਕਸਾਈਜ਼ ਡਿਊਟੀ ਵਧਾ ਦਿੱਤੀ ਹੈ, ਐਡੀਸ਼ਨਲ ਐਕਸਾਈਜ਼, ਸਪੈਸ਼ਲ ਐਡੀਸ਼ਨਲ ਐਕਸਾਈਜ਼ ਡਿਊਟੀ SAED ਕਿਹਾ ਹੁਣ ਤੋਂ, ਉਹ ਵਧਾ ਦਿੱਤੀ ਹੈ। ਉਹਦੇ ਨਾਲ ਇਹ ਜਿਹੜਾ ਜਿਹਨੂੰ ਅਸੀਂ ਕਈ ਵਾਰ ਕਹਿੰਦੇ ਵੀ ਇੰਟਰੈਕਟ ਤਰੀਕੇ ਨਾਲ, ਸਿੱਧਾ ਨਹੀਂ ਕਿਹਾ ਵੀ ਤੁਹਾਡੀ ਗੋਭੀ ਦਾ ਰੇਟ ਵਧਾਤਾ, ਸਿੱਧਾ ਨਹੀਂ ਕਿਹਾ ਵੀ ਤੁਹਾਡੇ ਸਾਬਣ ਦਾ ਰੇਟ ਵਧਾਤਾ, ਟੇਢੇ ਤਰੀਕੇ ਨਾਲ ਕਿਸੇ ਹੋਰ ਚੀਜ਼ 'ਤੇ ਟੈਕਸ ਲਾ ਕੇ ਉਹਦਾ ਰੇਟ ਵਧ ਗਿਆ। ਸੋ ਇਸ ਕਰਕੇ ਉਹਨਾਂ ਦਾ ਬਜਟ ਵੀ, ਸਵਾਨੀਆਂ ਦਾ ਵੀ ਨਾ, ਘਰ ਦਾ, ਘਰੇਲੂ ਦਾ, ਕਿਚਨ ਦਾ ਬਜਟ ਵੀ ਡਿਸਟਰਬ ਹੋਏਗਾ। ਡਾਕਟਰ ਸਾਹਿਬ, ਇਹਦੇ ਵਿੱਚ ਜਿਹੜੀ ਸਟਰਗਲ ਕਰ ਰਹੀ ਕਿਸਾਨੀ ਹੈ, ਹਾਂਜੀ, ਤੇ ਨਾਲ ਜਿਹੜਾ ਸਭ ਤੋਂ ਵੱਧ ਪਿਛਲੇ ਸਮੇਂ ਦੇ ਵਿੱਚ ਜਦੋਂ ਲੋਕਡਾਊਨ ਹੋਇਆ ਸੀ, ਖੇਤ ਮਜ਼ਦੂਰਾਂ ਨੂੰ ਜਾਂ ਪ੍ਰਵਾਸੀ ਮਜ਼ਦੂਰਾਂ ਨੂੰ ਬਹੁਤ ਨੁਕਸਾਨ ਉਠਾਉਣਾ ਪਿਆ। ਹਾਂਜੀ, ਇਹਨਾਂ ਨੇ ਕਿਹਾ ਵੀ ਅਸੀਂ ਆਤਮ ਨਿਰਭਰ ਭਾਰਤ ਬਣਾ ਰਹੇ ਹਾਂ ਤੇ ਉਹਨਾਂ ਦੇ ਹਿੱਤਾਂ ਦਾ ਵੀ ਖਿਆਲ ਕਰ ਰਹੇ ਹਾਂ, ਤੇ ਕਿਸਾਨੀ ਦਾ ਵੀ ਵਾਰ-ਵਾਰ ਜ਼ਿਕਰ ਕੀਤਾ ਗਿਆ ਵੀ ਉਹਨਾਂ ਨੂੰ ਵੀ ਖਾਸ ਰਾਹਤਾਂ ਦੇ ਰਹੇ ਹਾਂ, ਉਹਨਾਂ ਦੀ ਆਮਦਨ ਜਿਹੜੀ ਆ, ਜਿਹੜੀ ਕਿਸਾਨਾਂ ਦੀ, ਉਹ ਵੱਧ ਜਾਏਗੀ, 1.5 ਗੁਣਾ ਹੋ ਜਾਏਗੀ। ਇਹਦੇ ਬਾਰੇ ਤੁਹਾਡਾ ਕੀ ਕਹਿ? ਦੇਖੋ, ਉਹ ਤਾਂ ਹੁਣ ਇਹਨਾਂ ਕਹਿਤਾ ਸੀ ਬਣਾਤੀ। ਇਸ ਬਜਟ ਦੇ ਵਿੱਚ ਸੀਤਾਰਮਨ ਦਾ ਬਿਆਨ ਹੈ ਕਿ ਅਸੀਂ 1.5 ਗੁਣਾ ਆਮਦਨ ਦੇਤੀ। 1.5 ਗੁਣਾ ਦੇਤੀ ਕਿਵੇਂ ਕਹਿੰਦੇ ਨੇ? ਜਦ ਤੁਸੀਂ ਕਿਸੇ ਬੰਦੇ ਦਾ ਜਿਹੜਾ ਮਿਣਨ ਵਾਲਾ ਮੀਟਰ ਆ ਉਹ ਘਟਾ ਦਿਓ। ਜੇ ਕਿਸੇ ਨੂੰ ਤੁਸੀਂ ਲੀਟਰ ਕੋਈ ਚੀਜ਼ ਦੇਣੀ ਹੈ, ਉਹ ਲੀਟਰ ਵਾਲਾ ਭਾਂਡਾ ਪੌਣੇ ਲੀਟਰ ਦਾ ਕਰ ਦਿਓ। ਫਿਰ ਕੋ ਆ ਦੇਖ ਲੈ, ਤੇਰਾ ਤਾਂ ਅਸੀਂ ਤਾਂ 33% ਵਧਾਤਾ, ਉਹਨੂੰ ਦੁਬਾਰਾ ਭਰ ਦਿਓ। ਪੌਣੇ ਲੀਟਰ ਦਾ ਕਰਕੇ ਨਾ ਉੱਤੇ 33% ਇੱਕ ਵੱਖਰੇ ਭਾਂਡੇ 'ਚ ਪਾ ਦਿਓ, ਕਹੋ ਦੇਖੋ ਤੇਰਾ ਵਧਾਤਾ ਹੈ ਉੱਥੇ। ਜੇ 25% ਵਧਾਇਆ ਤਾਂ ਘਟ ਗਿਆ ਪਹਿਲੇ ਨਾਲੋਂ, ਕਿਉਂਕਿ ਪਹਿਲਾਂ ਉਹ 100 ਦੇ ਵਿੱਚੋਂ 67 ਕਰਤਾ ਤੁਸੀਂ, 67 ਦੇ ਉੱਤੇ 25 ਹੋਰ ਦੇਤੇ ਅਤੇ ਤੁਸੀਂ 92 ਕਰਤਾ, 8 ਉਹਦਾ ਫਿਰ ਖਾ ਗਏ। ਸੋ ਇਸ ਕਰਕੇ ਇਹ ਜਿਹੜਾ ਹੈਗਾ ਕਿ ਕਿਸਾਨੀ ਦਾ ਅਸੀਂ 1.5 ਗੁਣਾ ਦੇ ਦਿੱਤਾ। ਪਹਿਲੀ ਗੱਲ ਤਾਂ ਇਹ ਆਪਣੇ ਆਪ 'ਚ ਹੀ ਗੱਪ ਹੈ, ਕਿਉਂਕਿ ਕਿਸਾਨੀ ਦਾ ਜਿਹੜਾ ਮੁੱਲ ਕੈਲਕੂਲੇਟ ਕਰਨ ਦਾ ਸਵਾਮੀਨਾਥਨ ਨੇ ਫਾਰਮੂਲਾ C2 ਵਾਲਾ ਜਿਹੜਾ ਦਿੱਤਾ ਹੈ, ਇਹ ਉਹਦੇ ਵਿੱਚੋਂ ਐਡ ਨਹੀਂ ਕਰਦੇ ਜਿਹੜੀ ਉਸ ਦੀ ਸੰਦਾਂ ਦੀ ਕਸਾਈ ਹੈ, ਉਹਦੀ ਘਰ ਦੀ ਲੇਬਰ ਹੈ, ਉਹਦਾ ਜ਼ਮੀਨ ਦਾ ਠੇਕਾ ਹੈ, ਇਹ ਸਾਰਾ ਕੁਛ ਐਡ ਨਹੀਂ ਕਰਦੇ। ਜਦ ਕਿ ਪੂਰੀ ਇੰਡਸਟਰੀਅਲ ਗੁੱਡਸ ਨੇ ਜਿਹੜੀਆਂ, ਉਹਨਾਂ ਦਾ ਜੇ ਕਦੇ ਪ੍ਰਾਈਸ ਸਰਕਾਰ ਡਿਟਰਮਿਨ ਕਰੇ, ਜਿੱਥੇ ਤਾਂ ਉਹ ਆਪੇ ਕਰਦੇ ਨੇ ਉਹ ਤਾਂ ਪਤਾ ਨਹੀਂ ਕੁਛ ਲਾਉਂਦੇ ਨੇ, ਜਿੱਥੇ ਸਰਕਾਰ ਮਿਨੀਮਮ ਪ੍ਰਾਈਸ ਆਪਾਂ ਲਿਖਦੇ ਨਾ, ਮਿਨੀਮਮ ਸੇਲ ਪ੍ਰਾਈਸ, ਉਹ ਡਿਟਰਮਿਨ ਕਰਦੀ ਹੈ, ਉਹਦੇ ਵਿੱਚ ਉਹ ਹਰ ਖਰਚਾ ਪਾਉਂਦੇ ਨੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦੇਣਾ, ਦਵਾਈਆਂ ਤਾਂ ਅਸੈਂਸ਼ੀਅਲ ਚੀਜ਼ਾਂ ਨੇ ਨਾ, ਦਵਾਈਆਂ 'ਚ ਵੀ ਕਹਾਂ ਇੱਕ ਬਹੁਤ ਜ਼ਰੂਰੀ ਦਵਾਈਆਂ ਜਿਹੜੀਆਂ ਹੁੰਦੀਆਂ ਨੇ, ਜੀਵਨ ਬਚਾਊ ਦਵਾਈਆਂ, ਉਹਦਾ ਵੀ ਜਦ ਰੇਟ ਤੈਅ ਕਰਨਾ ਹੁੰਦਾ ਹੈ, ਉਹਦੇ ਵਿੱਚ ਇਹ ਹੈ ਕਿ ਪਹਿਲਾਂ ਤਾਂ ਜਿੰਨਾ ਉਹਦੀ ਪ੍ਰੋਡਕਸ਼ਨ ਕਾਸਟ ਲੱਗੀ, ਦਵਾਈ ਦਾ ਕੱਚਾ ਮਾਲ ਕਿੰਨੇ ਦਾ ਲਿਆ, ਉਹਨੂੰ ਬਣਾਉਣ 'ਤੇ ਕਿੰਨਾ ਲੱਗਿਆ, ਪੈਕ ਕਰਨ 'ਤੇ ਕਿੰਨੇ ਪੈਸੇ ਲੱਗੇ, ਫਿਰ ਉਹਨੂੰ ਵੇਚਣ 'ਤੇ ਕਿੰਨੇ ਪੈਸੇ ਲੱਗੇ। ਪੈਕ ਕਰਨ ਦੇ ਵਿੱਚ ਉਹਦੇ ਉੱਤੇ 100% ਪ੍ਰੋਫਿਟ, ਯਾਨੀ ਕਿ ਹੁਣ ਉਹਦੇ ਵਿੱਚ ਕਹਾਂ ਕੀ ਹੋਰ ਲਓ ਉਹਦਾ। ਇੱਥੇ ਤਾਂ ਕਿਸਾਨ ਦੀ ਤਾਂ ਆਪਦੀ ਲੇਬਰ ਵੀ ਕਰਤੀ, ਉਹ ਜਿਹੜੀ ਗੱਤੇ ਜਿਹੀ ਦੀ ਡੱਬੀ ਉਹ ਤਾਂ ਬਾਹਰੋਂ ਲੈਂਦਾ ਨਾ, ਜਿਹੜੀ ਸ਼ੀਸ਼ੀ 'ਚ ਦਵਾਈ ਪਾਉਂਦਾ ਉਹ ਵੀ ਬਾਹਰੋਂ ਖਰੀਦਦਾ, ਉਹ ਆਪ ਤਾਂ ਬਣਾਉਂਦਾ ਨਹੀਂ। ਉਹ ਜਿਹੜਾ ਉਹ 'ਚ ਕਾਗਜ਼ ਜਿਹਾ ਪਾਉਂਦਾ ਵੀ ਤੁਸੀਂ ਦਵਾਈ ਲੈਣੀ ਕਿਵੇਂ, ਉਹ ਬਾਹਰੋਂ ਹੀ ਲੈਂਦਾ, ਉਹਦੇ ਉੱਤੇ ਵੀ 100% ਪ੍ਰੋਫਿਟ। ਯਾਨੀ ਕਿ ਮੈਂ ਸੁੱਕਾ ਸਿੱਧਾ ਬਾਹਰੋਂ ਡੱਬੀਆਂ ਖਰੀਦੀਆਂ, ਜੇ ਮੈਂ 100 ਰੁਪਏ ਦੀਆਂ ਖਰੀਦੀਆਂ ਨੇ, ਉਹਦਾ ਮੈਨੂੰ ਵੈਸੇ ਹੀ 200 ਮਿਲ ਜਾਣਾ ਔਰ ਕਾਨੂੰਨੀ ਤਰੀਕੇ ਮਿਲ ਜਾਣਾ। ਸੋ ਇਸ ਕਰਕੇ ਜਿਹੜੀ ਇੰਡਸਟਰੀਅਲ ਗੁੱਡਸ ਹੈ, ਉਹਦੇ 'ਚ ਜਿਹੜੀ ਸਭ ਤੋਂ ਜ਼ਿਆਦਾ ਰੈਗੂਲੇਟਡ ਹੈ ਇਹਨਾਂ ਦੇ ਹਿਸਾਬ ਨਾਲ, ਉਹ ਜੀਵਨ ਰੱਖਿਅਕ ਦਵਾਈਆਂ ਨੇ। ਉਹਨਾਂ ਦੀਆਂ ਕੀਮਤਾਂ ਸਭ ਤੋਂ ਜ਼ਿਆਦਾ ਰੈਗੂਲੇਟਡ ਨੇ, ਉਹਦੇ ਉੱਤੇ ਪ੍ਰੋਫਿਟ ਜਿਹੜਾ ਉਹ 100% ਹੈ। ਔਰ ਹਰ ਚੀਜ਼ ਪੂਰਾ ਗਿਣ ਕੇ, ਪੱਤਾ ਗਿਣ ਕੇ, ਕਿਨਕਾ ਗਿਣ ਕੇ ਹੈ, ਅਤੇ ਉਹਦੀਆਂ ਆਪਦੀਆਂ ਚੀਜ਼ਾਂ ਤੋਂ ਵਾਧੂ ਵੀ ਚੀਜ਼ਾਂ ਜੇ ਲਈਆਂ ਨੇ ਉਹਦਾ ਵੀ ਗਿਣ ਕੇ ਹੈ। ਜਦ ਕਿ ਕਿਸਾਨੀ ਨੂੰ 50% ਜਿਹੜੀਆਂ ਉਹਦੀਆਂ ਆਪਣੀਆਂ ਚੀਜ਼ਾਂ ਲਾਈਆਂ ਹੋਈਆਂ ਨੇ ਉਹ ਗਿਣ ਕੇ ਵੀ ਦੇਣ ਨੂੰ ਤਿਆਰ ਨੇ। ਇਹੀ ਜਾਤੀ ਹੈ। ਡਾਕਟਰ ਸਾਹਿਬ, ਇਹ ਐਕਸਾਈਜ਼ ਜਿਹੜੀ ਹੈ ਸੋਨੇ ਚਾਂਦੀ ਤੋਂ ਐਕਸਾਈਜ਼ ਡਿਊਟੀ ਘਟਾਉਣ ਦਾ ਕੀ ਮੰਤਵ ਹੈ? ਇਹ ਮਤਲਬ ਸਿੱਧਾ ਹੀ ਹੈ। ਮੰਤਵ ਇਹ ਹੈ ਵੀ ਸੋਨਾ ਚਾਂਦੀ ਤਾਂ ਅਮੀਰ ਆਦਮੀ ਖਰੀਦਦੇ ਨਾ, ਹਾਂਜੀ, ਅਤੇ ਅਮੀਰਾਂ ਨੂੰ ਜਿਹੜਾ ਪੈਸਾ ਹੁਣ ਕੀ ਹੋ ਗਿਆ, ਹੁਣ ਇੱਕ ਵੱਡੀ ਗੱਲ ਆ ਗਈ ਹੈ। 2 ਤਰੀਕੇ, ਇੱਕ ਨਵਾਂ ਗੱਲ ਜਿਹੜੀ ਹੈ ਇਹ ਬਜਟ ਤੋਂ ਇਹ ਵੀ ਦੇਖਣ ਵਾਲੀ ਗੱਲ ਹੈ। ਬਜਟ ਦੇ ਵਿੱਚ ਇਹ ਹੈ ਕਿ ਤੁਸੀਂ ਇੰਟਰਸਟ ਰੇਟ ਘਟਾਉਣੇ ਨੇ।
ਅੱਜ ਤੁਸੀਂ ਦੇਖਦੇ ਹੋਵੋਗੇ ਬੈਂਕਾਂ ਦੇ ਵਿੱਚ ਜਿਹੜਾ ਤੁਹਾਡਾ ਸੇਵਿੰਗ 'ਚ ਪੈਸੇ ਪਏ ਹੁੰਦੇ 3.5% ਦਾ ਇੰਟਰਸਟ ਲੱਗੀ ਜਾਂਦਾ ਸੀ, ਹੁਣ ਉਹ 2.25% ਰਹਿ ਗਿਆ। ਹਾਂਜੀ ਹਾਂਜੀ। ਇਸ ਤਰ੍ਹਾਂ ਹੀ ਜਿਹੜੀਆਂ ਤੁਸੀਂ ਟਰਮ ਡਿਪੋਜ਼ਿਟ ਕਰਾ ਦਿੰਦੇ ਸੀ ਸਾਲ ਭਰ ਵਾਸਤੇ, ਕਿਸੇ ਨੇ ਗਰੀਬ ਆਦਮੀ ਕੋਲ ਕੁਝ ਪੈਸੇ ਨੇ, ਉਹ ਕਹਿੰਦਾ ਚੱਲ ਯਾਰ ਸਾਲ ਵਾਸਤੇ ਜਮ੍ਹਾਂ ਕਰਾ ਲਓ, ਉਹ ਬੈਂਕਾਂ 'ਚ ਤਕਰੀਬਨ 7, 8, 9 ਤੱਕ ਸੀਗਾ ਪਿਛਲੇ ਸਾਲਾਂ 'ਚ, ਉਦੋਂ ਪਹਿਲਾਂ ਤਾਂ ਕਈ ਵਾਰ 10, 12 ਤੱਕ ਵੀ ਸੀ, ਉਹ ਹੁਣ 5.5 ਰਹਿ ਗਿਆ। ਸੋ ਉਹਦੇ ਨਾਲ ਕੀ ਕਰ ਰਹੇ ਨੇ ਕਿ ਇਹ ਸਾਰੇ ਦਾ ਸਾਰਾ ਜਿਹੜਾ ਕਿਸੇ ਬੰਦੇ ਕੋਲੇ ਪੈਸਾ ਹੈ ਉਸ ਨੂੰ ਬੈਂਕਾਂ ਦੇ ਰਾਹੀਂ ਲੈ ਕੇ ਉਹ ਵੱਡੇ ਕਾਰਪੋਰੇਟਾਂ ਨੂੰ ਦੇ ਰਹੇ ਨੇ, ਤਾਂ ਕਿ ਉਹ ਮਾਰ ਕੇ ਭਾਵੇਂ ਭੱਜ ਜਾਣ। ਇੱਦਾਂ ਹੀ NPS ਹੈ, ਨਿਊ ਪੈਨਸ਼ਨ ਸਕੀਮ ਹੈ, ਉਹਦਾ ਪੈਸਾ ਹੈ। ਇਹ ਸਾਰੇ ਦੇ ਸਾਰੇ ਪੈਸੇ ਨੂੰ ਡਾਇਵਰਟ ਕਰ ਰਹੇ ਨੇ, ਸਾਰੇ ਦੇ ਸਾਰੇ ਐਸੈਟਸ ਨੂੰ ਡਾਇਵਰਟ ਕਰ ਰਹੇ ਨੇ, ਜਿਹਦੇ ਵਿੱਚ ਕਿਸਾਨੀ ਜਿਹੜੀ ਹੈ, ਮਜ਼ਦੂਰ ਜਿਹੜਾ ਹੈ, ਜਿਹੜਾ ਸੈਲਫ ਇੰਪਲਾਇਡ ਹੈ, ਜਿਹੜਾ ਥੋੜ੍ਹੀ ਆਮਦਨ ਵਾਲਾ ਹੈ, ਉਹ ਸਫ਼ਰ ਕਰਨਾ ਹੀ ਕਰਨਾ। ਉਹ ਇਸ ਬਜਟ 'ਚ ਉਹਨਾਂ ਨੂੰ ਰਾਹਤ ਕੋਈ ਨਹੀਂ ਵੀ ਉਹਨਾਂ ਨੂੰ ਜੇ ਅਸੀਂ ਘਰ ਦੇ ਦਾਂਗੇ, ਉਹਨਾਂ ਨੂੰ ਇਨਸ਼ੋਰ ਕਰਾਂਗੇ। ਚਾਹੀਦਾ ਕੀ ਸੀ ਕਿ ਹਰ ਬੰਦੇ ਕੋਲੇ ਆਪਣਾ ਇੱਕ ਘਰ ਹੋਏਗਾ, ਸਾਈਜ਼ ਉਹਦਾ ਮਿਸ ਦੋ ਚਾਹੇ, ਇਹ ਕਿਤੇ ਨਹੀਂ, ਕੋਈ ਬਜਟ 'ਚ ਕੋਈ ਪਲਾਨ ਨਹੀਂ। ਘਰ ਤਾਂ ਛੋਟਾ ਮੋਟਾ ਚਾਹੀਦਾ ਹੀ ਹੈ ਨਾ। ਡਾਕਟਰ ਸਾਹਿਬ ਇੱਥੇ ਹੀ ਆਪਣਾ ਟਾਈਮ ਜਿਹੜਾ ਉਹ ਸਮਾਪਤ ਹੋਣ ਵੱਲ ਵੱਧ ਰਿਹਾ, ਤੇ ਟੋਟਲ ਬਜਟ ਦੇ ਵਿੱਚ ਜੇ 2 ਲਾਈਨਾਂ 'ਚ ਤੁਸੀਂ ਕਹਿਣਾ ਹੋਵੇ ਕੀ ਕਹੋਗੇ? ਮੈਂ 2 ਲਾਈਨਾਂ ਦੀ ਬਜਾਏ 1 ਲਾਈਨ 'ਚ ਵੀ ਕਹਿਣ ਨੂੰ ਤਿਆਰ ਹਾਂ ਕਿ ਅੱਜ ਸਾਡਾ ਜਿਹੜਾ ਬਜਟ ਪੇਸ਼ ਹੋਇਆ ਹੈ, ਇਹ ਪੇਸ਼ ਹੋਇਆ ਉਹਨਾਂ ਨੀਤੀਆਂ ਨੂੰ, ਕਾਰਪੋਰੇਟ ਪੱਖੀਆਂ ਨੂੰ ਹੋਰ ਪੁਖਤਾ ਕਰਨ ਵਾਸਤੇ ਅਤੇ ਕਾਮਨ ਮੈਨ ਨੂੰ ਹੋਰ ਗਰੀਬ, ਹੋਰ ਭੁੱਖਾ ਮਾਰਨ ਵਾਸਤੇ, ਥੱਲੇ ਲਾਉਣ ਵਾਸਤੇ ਪੇਸ਼ ਹੋਇਆ ਹੈ। ਪਰ ਇਹਨੂੰ ਸ਼ਿੰਗਾਰਿਆ ਸ਼ਬਦਾਂ ਨਾਲ ਇਸ ਤਰੀਕੇ ਨਾਲ ਗਿਆ ਹੈ, ਪੇਸ਼ ਇਸ ਤਰੀਕੇ ਨਾਲ ਗਿਆ ਹੈ, ਬਾਣੀ ਇਸ ਤਰੀਕੇ ਦੀ ਘੜੀ ਗਈ ਹੈ ਕਿ ਜੀ ਇਹ ਤਾਂ ਤੁਹਾਡੇ ਹੱਕ 'ਚ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਹੀ ਸਾਡੇ ਸ਼ੋਅ ਦਾ ਸਮਾਂ ਸਮਾਪਤ ਹੁੰਦਾ। ਅਸੀਂ ਆਪਣੇ ਦਰਸ਼ਕਾਂ ਕੋਲੋਂ ਆਗਿਆ ਲੈਂਦੇ। ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ।